ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ। ਤੇ ਪੇਸ਼ ਨੇ ਚੋਣਵੀਆਂ ਖਬਰਾਂ। H1B ਵੀਜ਼ੇ ਜਾਰੀ ਕਰਨ ਬਾਰੇ ਪਾਬੰਦੀ ਹਟਾਉਣ ਸੰਬੰਧੀ ਕੋਈ ਫੈਸਲਾ ਨਹੀਂ। ਅਮਰੀਕਾ ਨੇ ਰੂਸ ਅਧਿਕਾਰੀਆਂ ਤੇ ਕਾਰੋਬਾਰਾਂ ਤੇ ਲਈ ਪਾਬੰਦੀ। H1B ਵੀਜ਼ੇ ਉੱਤੇ 31 ਮਾਰਚ ਤੱਕ ਲਿਆ ਜਾ ਸਕਦਾ ਹੈ ਫੈਸਲਾ। ਭਾਰਤ ਸਰਕਾਰ ਦੀ ਇਸ ਨੀਤੀ ਤੇ ਬਾਈਡਨ ਪ੍ਰਸ਼ਾਸਨ ਨੇ ਜਤਾਇਆ ਸਖਤ ਇਤਰਾਜ਼। ਸੰਯੁਕਤ ਰਾਸ਼ਟਰ 'ਚ ਮਿਲੇ US ਤੇ ਭਾਰਤ ਦੇ ਰਾਜਦੂਤ। ਜੱਗੀ ਜੌਲ ਦੀ ਭਾਰਤ ਤੋਂ ਰਿਹਾਈ ਬਾਰੇ ਸੰਸਦ ਮੈਂਬਰ ਕਰ ਰਹੇ ਨੇ ਲਾਮਬੰਦੀ। ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਚਮਤਕਾਰ, ਵੀਲ ਚੇਅਰ ਤੇ ਜਾਣ ਵਾਲਾ ਤੁਰ ਕੇ ਵਾਪਸ ਆਇਆ। ਕੈਪੀਟਲ ਹਿੱਲ ਹਿੰਸਾ ਮਾਮਲੇ 'ਚ ਸਵਾਲਾਂ ਦੇ ਘੇਰੇ 'ਚ FBI ਸੀਨੇਟ ਦਾ ਸਾਹਮਣਾ ਕਰੇਗੀ ਖੁਫੀਆ ਏਜੰਸੀ। ਫਲਾਈਟ ਦੌਰਾਨ ਹੋਈ ਵਿਅਕਤੀ ਦੀ ਮੌਤ, ਪਾਕਿਸਤਾਨ 'ਚ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ। ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਇੱਕ ਗਲਤੀ ਸੀ, ਪਰ ਜੋ ਅੱਜ ਦੀ ਸਰਕਾਰ ਕਰ ਰਹੀ ਹੈ ਉਹ ਕੀ। ਸੰਯੁਕਤ ਕਿਸਾਨ ਮੋਰਚੇ ਦਾ ਐਲਾਨ, ਚੁਣਾਵੀ ਸੂਬਿਆਂ 'ਚ ਕਰਨਗੇ ਬੀਜੇਪੀ ਦਾ ਵਿਰੋਧ। ਬੰਗਾਲ 'ਚ 12 ਮਾਰਚ ਨੂੰ ਰੈਲੀ। ਤੇ ਹੁਣ ਖਬਰਾਂ ਵਿਸਤਾਰ ਨਾਲ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਹੈ ਕਿ ਉਸਨੇ ਹਾਲੇ ਤੱਕ ਨਵੇਂ H1B ਵੀਜ਼ਾ ਜਾਰੀ ਕਰਨ ਬਾਰੇ ਪਿਛਲੇ ਟਰੰਪ ਪ੍ਰਸ਼ਾਸਨ ਵੱਲੋਂ ਲਗਾਈ ਪਾਬੰਦੀ ਨੂੰ ਖਤਮ ਕਰਨ ਦਾ ਫੈਸਲਾ ਨਹੀਂ ਕੀਤਾ। ਦੇਸ਼ ਗ੍ਰਹਿ ਸੁਰੱਖਿਆ ਮੰਤਰੀ ਐਲਜੈਂਡਰੋ ਮੋਰਾਕਾਸ ਨੇ ਕਿਹਾ ਕਿ ਉਹਨਾਂ ਦੀ ਮੁੱਖ ਤਰਜੀਹ ਅਤਿਆਚਾਰ ਤੋਂ ਬਚ ਕੇ ਭੱਜਣ ਵਾਲਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ H1B ਵੀਜ਼ੇ ਜਾਰੀ ਕਰਨ ਦੀ ਪਾਬੰਦੀ 31 ਮਾਰਚ ਤੱਕ ਵਧਾ ਦਿੱਤੀ ਸੀ। ਤਰਕ ਦਿੱਤਾ ਸੀ ਕਿ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵੱਧ ਹੈ ਤੇ ਹੋਰ ਜ਼ਿਆਦਾ ਵਿਦੇਸ਼ੀ ਮੁਲਾਜ਼ਮਾਂ ਦਾ ਭਾਰ ਦੇਸ਼ ਨਹੀਂ ਚੱਲ ਸਕਦਾ। ਅਮਰੀਕਾ 'ਚ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਰੂਸ ਦੇ ਵਿਰੋਧੀ ਧਿਰ ਦੇ ਨੇਤਾ ਨਵਲਨੀ ਦੇ ਜਾਨਲੇਵਾ ਹਮਲੇ ਅਤੇ ਬਾਅਦ 'ਚ ਉਹਨਾਂ ਨੂੰ ਜੇਲ੍ਹ ਭੇਜਣ ਨੂੰ ਲੈ ਕੇ ਰੂਸ ਦੇ ਅਧਿਕਾਰੀਆਂ ਅਤੇ ਕਾਰੋਬਾਰਾਂ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ। ਬਾਈਡਨ ਪ੍ਰਸ਼ਾਸਨ ਵੱਲੋਂ ਪਹਿਲੀ ਵਾਰ ਰੂਸ ਤੇ ਪਾਬੰਦੀ ਲਾਈ ਗਈ ਹੈ। ਪ੍ਰਸ਼ਾਸਨ ਨੇ ਰੂਸ ਦੇ ਵਿਰੋਧੀ ਧਿਰ ਦੇ ਨੇਤਾਵਾਂ ਤੇ ਕਥਿਤ ਹਮਲੇ, ਅਮਰੀਕੀ ਏਜੰਸੀਆਂ ਅਤੇ ਕਾਰੋਬਾਰਾਂ ਨੂੰ ਹੈਕ ਕਰਨ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਕਾਬਲਾ ਕਰਨ ਦਾ ਸੰਕਲਪ ਲਿਆ ਹੈ। EU ਪਹਿਲਾਂ ਹੀ ਨਵਲਨੀ ਮਾਮਲੇ 'ਚ ਰੂਸ ਦੇ ਕੁਝ ਅਧਿਕਾਰੀਆਂ ਤੇ ਪਾਬੰਦੀ ਲਾ ਚੁੱਕਿਆ ਹੈ। EU ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ, ਜਿਨ੍ਹਾਂ 'ਚ ਨਵਲਨੀ ਨੂੰ ਜੇਲ੍ਹ ਭੇਜਣ ਨੂੰ ਲੈ ਕੇ ਰੂਸ ਦੇ ਆਲਾ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬਾਈਡਨ ਪ੍ਰਸ਼ਾਸਨ ਦੇ ਸੀਨੀਅਰ ਅਫਸਰਾਂ ਨੇ ਉਹਨਾਂ ਅਧਿਕਾਰੀਆਂ ਦੀ ਤੁਰੰਤ ਪਛਾਣ ਨਹੀਂ ਦੱਸੀ ਜਿਨ੍ਹਾਂ ਤੇ ਪਾਬੰਦੀ ਲਾਈ ਗਈ ਹੈ। ਬਾਈਡਨ ਪ੍ਰਸ਼ਾਸਨ ਨੇ ਅਮਰੀਕੀ ਕੈਮੀਕਲ ਐਂਡ ਬਾਇਓਲੋਜੀਕਲ ਆਰਮਸ ਕੰਟਰੋਲ ਐਂਡ ਵਾਰ ਐਲੀਮੀਨੇਸ਼ਨ ਐਕਟ ਤਹਿਤ ਉਦਮੀਆਂ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ। ਇਨ੍ਹਾਂ 'ਚੋਂ ਜ਼ਿਆਦਾਤਰ ਜੈਵਿਕ ਰਸਾਇਣ ਜ਼ਹਿਰ ਬਣਾਉਂਦੇ ਸਨ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਖੂਫੀਆ ਗਰੁੱਪ ਦਾ ਸਿੱਟਾ ਹੈ ਕਿ ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਪਿਛਲੇ ਸਾਲ ਅਗਸਤ 'ਚ ਅਸੰਤੁਸ਼ਟਤਾ ਤੇ ਰੂਸੀ ਨਰਵ ਏਜੰਟ ਨੋਵੋਚਿਕ ਦਾ ਇਸਤੇਮਾਲ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਕਿ ਉਸਨੇ ਨਵੇਂ H1B ਵੀਜ਼ਾ ਜਾਰੀ ਕਰਨ ਸੰਬੰਧੀ ਸਾਬਕਾ ਟਰੰਪ ਪ੍ਰਸ਼ਾਸਨ ਦੀਆਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕਰਨ ਤੇ ਹਾਲੇ ਕੋਈ ਫੈਸਲਾ ਨਹੀਂ ਲਿਆ। ਅਮਰੀਕਾ ਦੇ ਗ੍ਰਹਿ ਸੁਰੱਖਿਆ ਮੰਤਰੀ ਐਲਜਾਂਦਰੋ ਮਾਰਕੇਸ ਨੇ ਕਿਹਾ ਕਿ ਉਹਨਾਂ ਦੀ ਸਿਖਰ ਤਰਜੀਹ ਪੀੜਤ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ H1B ਵੀਜ਼ਾ ਜਾਰੀ ਕਰਨ ਤੇ ਪਾਬੰਦੀ ਦੀ ਮਿਆਦ ਜਨਵਰੀ ਵਿੱਚ 31 ਮਾਰਚ ਤੱਕ ਵਧਾ ਦਿੱਤੀ ਸੀ ਅਤੇ ਤਰਕ ਦਿੱਤਾ ਸੀ ਕਿ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਜ਼ਿਆਦਾ ਹੈ ਅਤੇ ਅਮਰੀਕਾ ਹੋਰ ਜ਼ਿਆਦਾ ਵਿਦੇਸ਼ੀ ਕਾਮਿਆਂ ਦਾ ਬੋਝ ਨਹੀਂ ਸਹਿ ਸਕਦਾ। ਮਾਇਓਰਕਾਸ ਤੋਂ ਵਾਈਟ ਹਾਊਸ ਵਿੱਚ ਇੱਕ ਪੱਤਰਕਾਰ ਸੰਮੇਲਨ ਵਿੱਚ ਪ੍ਰਸ਼ਨ ਕੀਤਾ ਗਿਆ। ਰਾਸ਼ਟਰਪਤੀ ਜੋ ਬਾਈਡਨ ਨੇ ਟਰੰਪ ਦੇ ਦਰਜਨਾਂ ਸਰਕਾਰੀ ਆਦੇਸ਼ ਰੱਦ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਗ੍ਰੀਨ ਕਾਰਡ ਸੰਬੰਧੀ ਆਦੇਸ਼ ਅਤੇ ਮੁਸਲਿਮ ਯਾਤਰਾ ਵੀਜ਼ਾ ਪਾਬੰਦੀ ਨੂੰ ਹਟਾਉਣਾ ਅਜਿਹੇ ਇਮੀਗ੍ਰੇਸ਼ਨ ਸੰਬੰਧੀ ਆਦੇਸ਼ ਸ਼ਾਮਲ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਨੇ ਅਕਤੂਬਰ 2021 ਤੋਂ ਸ਼ੁਰੂ ਹੋ ਰਹੇ ਵਿੱਤ ਸਾਲ ਲਈ H1B ਵੀਜ਼ਾ ਐਪਲੀਕੇਸ਼ਨ ਦੀ ਵੰਡ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਨੇ ਕਿਹਾ ਕਿ ਉਸ ਨੂੰ ਕਾਂਗਰਸ ਵੱਲੋਂ ਤੈਅ H1B ਵੀਜ਼ਾ ਦੀ ਸੰਧਾਰਨ ਸੀਮਾ 65,000 ਲਈ ਅਤੇ ਅਮਰੀਕੀ ਯੂਨੀਵਰਸਿਟੀਆਂ ਤੋਂ ਉੱਚ ਸਿੱਖਿਆ ਪੂਰੀ ਕਰ ਚੁੱਕੇ 20,000 ਲੋਕਾਂ ਲਈ ਅਰਜ਼ੀਆਂ ਮਿਲ ਚੁੱਕੀਆਂ ਹਨ। ਸਾਲ 2021 ਦੇ ਸਫਲ ਬਿਨੈਕਾਰਾਂ ਦਾ ਫੈਸਲਾ ਕੰਪਿਊਟਰ ਵੱਲੋਂ ਇੱਕ ਡਰਾ ਜ਼ਰੀਏ ਕੀਤਾ ਜਾਵੇਗਾ। ਭਾਰਤ ਸਮੇਤ ਵਿਦੇਸ਼ੀ ਪ੍ਰਵੇਸ਼ਰਾਂ ਵਿੱਚ H1B ਵੀਜ਼ਾ ਦੀ ਕਾਫੀ ਮੰਗ ਰਹਿੰਦੀ ਹੈ। H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਉਹਨਾਂ ਕਾਰੋਬਾਰਾਂ ਲਈ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਵਿੱਚ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਜਿਹੇ ਦੇਸ਼ਾਂ ਤੋਂ ਹਰੇਕ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ਨਵੇਂ ਵੀਜ਼ੇ ਤੇ ਨਿਰਭਰ ਹੈ। ਭਾਰਤ ਵਿੱਚ ਮੋਦੀ ਸਰਕਾਰ ਦੀ ਮੇਕ ਇਨ ਇੰਡੀਆ ਮੁਹਿੰਮ ਅਤੇ ਵਪਾਰ ਨੀਤੀਆਂ ਸੰਬੰਧੀ ਬਾਈਡਨ ਪ੍ਰਸ਼ਾਸਨ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਬਾਈਡਨ ਪ੍ਰਸ਼ਾਸਨ ਨੇ ਅਮਰੀਕੀ ਕਾਂਗਰਸ ਨੂੰ ਦੱਸਿਆ ਕਿ ਭਾਰਤ ਵੱਲੋਂ ਉਕਤ ਮੁਹਿੰਮ ਤੇ ਜ਼ੋਰ ਦੇਣਾ ਅਮਰੀਕਾ ਭਾਰਤ ਦੇ ਦੋਪੱਖੀ ਵਪਾਰ ਵਿੱਚ ਵੱਡੀਆਂ ਚੁਣੌਤੀਆਂ ਨੂੰ ਦਰਸਾਉਂਦਾ ਹੈ। 2021 ਲਈ ਵਪਾਰ ਨੀਤੀ ਤੇ ਆਈ ਰਿਪੋਰਟ ਵਿੱਚ US ਟ੍ਰੇਡ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਸਾਲ 2020 ਵਿੱਚ ਅਮਰੀਕਾ ਵੱਲੋਂ ਭਾਰਤੀ ਬਾਜ਼ਾਰ ਵਿੱਚ ਪਹੁੰਚ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਸੀ। USTR ਨੇ ਕਿਹਾ ਕਿ ਭਾਰਤ ਦੀਆਂ ਵਪਾਰ ਨੀਤੀਆਂ ਤੋਂ ਅਮਰੀਕੀ ਨਿਵੇਸ਼ਕਾਂ ਤੇ ਵੀ ਅਸਰ ਪਿਆ ਹੈ।
ਸਾਲ 2020 ਵਿੱਚ ਦੋਹਾਂ ਪੱਖਾਂ ਵਿੱਚ ਇਸ ਮੁੱਦੇ ਤੇ ਗੱਲਬਾਤ ਜਾਰੀ ਰਹੀ। ਰਿਪੋਰਟ ਮੁਤਾਬਕ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਕਈ ਟੈਰਿਫ ਵਿੱਚ ਕਟੌਤੀ ਕਰੇ ਅਤੇ ਬਾਜ਼ਾਰ ਵਿੱਚ ਅਮਰੀਕੀ ਕੰਪਨੀਆਂ ਨੂੰ ਪਹੁੰਚ ਹੋਰ ਆਸਾਨ ਹੋਵੇ। ਇਸ ਦੇ ਇਲਾਵਾ ਗੈਰ ਟੈਰਿਫ ਬੈਰੀਅਰ ਸੰਬੰਧੀ ਵੀ ਕੁਝ ਵਿਵਾਦ ਹਨ। ਰਿਪੋਰਟ ਮੁਤਾਬਕ ਅਮਰੀਕਾ ਨੇ ਸਾਲ 2020 ਵਿੱਚ ਦੋ ਪੱਖੀ ਵਪਾਰ ਦੇ ਸਾਰੇ ਮੁੱਦਿਆਂ ਸੰਬੰਧੀ ਆਪਣੀਆਂ ਚਿੰਤਾਵਾਂ ਭਾਰਤ ਸਾਹਮਣੇ ਰੱਖੀਆਂ। ਇਸ ਵਿੱਚ ਬੌਧਿਕ ਜਾਇਦਾਦ ਸੁਰੱਖਿਆ ਅਤੇ ਲਾਗੂ ਕਰਨਾ, ਇਲੈਕਟ੍ਰੋਨਿਕ ਕਾਮਰਸ ਅਤੇ ਡਿਜੀਟਲ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਅਤੇ ਗੈਰ ਖੇਤੀ ਉਤਪਾਦਾਂ ਦੀ ਬਾਜ਼ਾਰ ਵਿੱਚ ਪਹੁੰਚ ਜਿਹੇ ਮੁੱਦੇ ਸ਼ਾਮਲ ਹਨ। ਸੰਯੁਕਤ ਰਾਸ਼ਟਰ 'ਚ ਭਾਰਤ ਅਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟਾਂ ਦਰਮਿਆਨ ਇੱਕ ਬੈਠਕ ਹੋਈ, ਜਿਸ ਦੌਰਾਨ ਦੋਹਾਂ ਮੁਲਕਾਂ ਨੇ ਆਪਣੀ ਰਣਨੀਤਿਕ ਭਾਈਵਾਲੀ ਦੀ ਫਿਰ ਤੋਂ ਪੁਸ਼ਟੀ ਕੀਤੀ ਅਤੇ ਬਹੁਪੱਖੀ ਨੂੰ ਮਜ਼ਬੂਤ ਕਰਨ, ਮਿਲ ਕੇ ਕੰਮ ਕਰਨ ਤੇ ਸਹੀ ਪਾਈ। ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਨਵ ਨਿਯੁਕਤ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਵਫਦ ਰਾਜਦੂਤ TS ਤ੍ਰਿਮੂਰਤੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਉਹਨਾਂ ਦੇ ਹਮਰੁਤਬਿਆਂ ਨਾਲ ਦੋ ਪੱਖੀ ਬੈਠਕਾਂ ਦੇ ਕ੍ਰਮ ਵਿੱਚ ਕੀਤੀ ਗਈ। ਤ੍ਰਿਮੂਰਤੀ ਨੇ ਟਵੀਟ ਕੀਤਾ ਕਿ ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਸਥਾਈ ਨੁਮਾਇੰਦਗੀ ਗ੍ਰੀਨਫੀਲਡ ਨਾਲ ਮਿਲ ਕੇ ਖੁਸ਼ੀ ਹੋਈ। ਉਹਨਾਂ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਅਮਰੀਕੀ ਪ੍ਰਧਾਨਗੀ ਦੀਆਂ ਪਹਿਲਕਦਮੀਆਂ ਤੇ ਚਰਚਾ ਕੀਤੀ। ਉਹਨਾਂ ਨੇ ਟਵੀਟ ਕੀਤਾ, ਅਸੀਂ ਆਪਣਾ ਸਿਆਸੀ ਭਾਈਵਾਲ ਦੀ ਫਿਰ ਤੋਂ ਪੁਸ਼ਟੀ ਕੀਤੀ। ਭਾਰਤ ਨੇ ਸੰਯੁਕਤ ਰਾਸ਼ਟਰ ਦੇ 15 ਮੈਂਬਰੀ ਸ਼ਕਤੀਸ਼ਾਲੀ ਪਰਿਸ਼ਦ 'ਚ ਅਸਥਾਈ ਮੈਂਬਰ ਦੇ ਤੌਰ ਤੇ ਆਪਣੇ 2 ਸਾਲ ਤੇ ਕਾਰਜਕਾਲ ਦੀ ਸ਼ੁਰੂਆਤ ਇਸ ਸਾਲ ਜਨਵਰੀ 'ਚ ਕੀਤੀ ਸੀ। ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਲ ਉਰਫ ਜੱਗੀ ਜੌਲ ਦੀ ਭਾਰਤ ਜੇਲ੍ਹ ਤੋਂ ਰਿਹਾਈ ਅਤੇ ਉਸ ਦੀ ਵਾਪਸੀ UK ਲਈ ਸਖਤ ਕਦਮ ਚੁੱਕਣ ਲਈ ਬੋਰਿਸ ਜੌਨਸਨ ਦੀ ਸਰਕਾਰ ਤੇ ਦਬਾਅ ਵਧ ਰਿਹਾ ਹੈ। ਜਗਤਾਰ ਦੀ ਰਿਹਾਈ ਲਈ UK ਦੇ MP ਮਾਰਟਿਨ ਡੋਕਾਟੀ ਹਿਊਜ਼ ਦੀ ਅਗਵਾਈ 'ਚ 140 ਸੰਸਦ ਮੈਂਬਰ ਦੇ ਦਸਤਖਤਾਂ ਵਾਲੀ ਚਿੱਠੀ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੂੰ ਸੌਂਪੀ ਗਈ ਹੈ। ਵਿਦੇਸ਼ੀ ਸਕੱਤਰ ਡੋਮਿਨਿਕ ਰਾਬ ਨੂੰ ਭੇਜੀ ਚਿੱਠੀ 'ਚ ਮਾਰਟਿਨ ਨੇ ਲਿਖਿਆ, ਸਾਨੂੰ ਪਤਾ ਲੱਗਾ ਹੈ ਕਿ 2 ਇਲਜ਼ਾਮ ਜਗਤਾਰ ਸਿੰਘ ਜੌਲ ਤੇ ਲਗਾਏ ਗਏ ਹਨ। ਉਸ ਨਾਲ ਉਸ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਦੋਂ ਇੱਕ ਬ੍ਰਿਟਿਸ਼ ਨਾਗਰਿਕ ਨੂੰ ਜ਼ਬਰਦਸਤੀ ਨਜ਼ਰਬੰਦ ਕੀਤਾ ਜਾਂਦਾ ਹੈ, ਉਸ ਤੇ ਤਸ਼ੱਦਦ ਢਾਏ ਜਾਂਦੇ ਹਨ ਅਤੇ ਮੌਤ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਅਜਿਹੀ ਸਥਿਤੀ 'ਚ ਬ੍ਰਿਟਿਸ਼ ਸਰਕਾਰ ਨੂੰ ਇਸ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ। ਜਗਤਾਰ ਸਿੰਘ ਜੌਲ ਅਕਤੂਬਰ 2017 ਵਿੱਚ ਆਪਣੇ ਵਿਆਹ ਵਾਸਤੇ ਭਾਰਤ ਆਏ ਸਨ, ਪਰ 15 ਦਿਨਾਂ ਬਾਅਦ ਜਦੋਂ ਜੌਹਲ ਪੰਜਾਬ ਵਿੱਚ ਆਪਣੀ ਪਤਨੀ ਨਾਲ ਖਰੀਦਦਾਰੀ ਕਰ ਰਹੇ ਸਨ, ਪੁਲਿਸ ਦੁਆਰਾ ਫੜ ਲਏ ਗਏ ਅਤੇ ਉਸ ਦੇ ਬਾਅਦ ਤੋਂ ਨਜ਼ਰਬੰਦ ਹਨ। ਉਹਨਾਂ ਦਾ ਭਰਾ ਗੁਰਪ੍ਰੀਤ, ਜੋ ਸਕਾਟਲੈਂਡ ਵਾਸੀ ਹੈ, ਨੇ ਦੱਸਿਆ ਕਿ ਜੌਹਲ ਇੱਕ ਸ਼ਾਂਤਮਈ ਕਾਰਕੁਨ ਸੀ ਅਤੇ ਮੰਨਦੇ ਹਨ ਕਿ ਉਹਨਾਂ ਨੂੰ ਭਾਰਤ ਵਿੱਚ ਸਿੱਖਾਂ ਖਿਲਾਫ ਹੋਈ ਇਤਿਹਾਸਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫਤਾਰ ਕੀਤਾ ਗਿਆ। ਇੱਕ ਪੱਤਰਕਾਰ ਨੇ ਉਹਨਾਂ ਬਾਰੇ ਕੁਝ ਹਫ਼ਤੇ ਪਹਿਲਾਂ ਇੱਕ ਰਿਪੋਰਟ ਕੀਤੀ ਸੀ, ਜਿਸ ਵਿੱਚ ਜੱਗੀ ਜੌਲ ਨੇ ਇੱਕ ਕੋਰੇ ਕਾਗਜ਼ ਤੇ ਦਸਤਖਤ ਕਰਨ ਲਈ ਅਣਮਨੁੱਖੀ ਤਸੀਹੇ ਦਿੱਤੇ ਜਾਣ ਅਤੇ ਇੱਕ ਵੀਡੀਓ ਰਿਕਾਰਡ ਲਈ ਦਬਾਅ ਪਾਏ ਜਾਣ ਬਾਰੇ ਦੱਸਿਆ। ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਅਪਰਾਧ ਸਾਬਤ ਹੋਏ ਬਿਨਾਂ ਹੀ 3 ਸਾਲ ਤੋਂ ਭਾਰਤੀ ਜੇਲ੍ਹ 'ਚ ਬੰਦ ਹਨ। ਡਬੰਟਨ ਵਾਸੀ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਹਨਾਂ ਦੇ ਸੱਜੇ ਪੱਖੀ ਹਿੰਦੂ ਆਗੂਆਂ ਦੀ ਕਤਲ ਦੀ ਸਾਜ਼ਿਸ਼ ਕਰਨ ਦਾ ਇਲਜ਼ਾਮ ਹੈ। ਅਦਾਲਤੀ ਦਸਤਾਵੇਜ਼ ਵਿੱਚ ਇਲਜ਼ਾਮ ਹੈ ਕਿ ਉਹਨਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਪੈਸਿਆਂ ਦੀ ਮਦਦ ਕੀਤੀ ਅਤੇ ਮੰਨਿਆ ਕਿ ਉਹ ਦਹਿਸ਼ਤਗਰਦੀ ਗਿਰੋਹ ਦੇ ਮੈਂਬਰ ਸਨ। ਜੌਹਲ ਨੇ ਆਪਣੇ ਵਕੀਲ ਜ਼ਰੀਏ BBC ਨੂੰ ਦੱਸਿਆ ਸੀ ਕਿ ਉਹਨਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ। ਮੁੰਬਈ ਵਿੱਚ ਰਾਜਵੀਰ ਸਿੰਘ ਨੂੰ ਪੁਲਿਸ ਨੇ ਅਦਾਕਾਰ ਅਜੇ ਦੇਵਗਨ ਦੀ ਗੱਡੀ ਮੂਹਰੇ ਖੜ ਕੇ ਅਦਾਕਾਰ ਦੀ ਕਿਸਾਨ ਅੰਦੋਲਨ ਬਾਰੇ ਚੁੱਪੀ ਕਾਰਨ ਘੇਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ। ਖਬਰ ਮੁਤਾਬਕ 28 ਸਾਲਾ ਰਾਜਵੀਰ ਪੇਸ਼ੇ ਵਜੋਂ ਡਰਾਈਵਰ ਹਨ। ਉਹ ਸੰਤੋਸ਼ ਨਗਰ ਲੋਕੈਲਿਟੀ ਵਿੱਚ ਰਹਿੰਦੇ ਹਨ। ਉਹਨਾਂ ਨੇ ਫਿਲਮ ਸਿਟੀ ਗੋਰੇਗਾਂਵ ਦੇ ਬਾਹਰ ਅਦਾਕਾਰ ਦੀ ਕਾਰ ਨੂੰ ਘੇਰਿਆ ਅਤੇ ਪੰਜਾਬੀ ਵਿੱਚ ਕਿਸਾਨ ਅੰਦੋਲਨ ਦੇ ਪੱਖ ਵਿੱਚ ਨਾ ਖੜਨ ਕਰਕੇ ਬੁਰਾ ਭਲਾ ਕਿਹਾ। ਇਸੇ ਪੂਰੇ ਵਾਕਿਆ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਢਿੰਡੋਸੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੁਤਾਬਕ ਘਟਨਾ ਸਵੇਰੇ 10:30 ਵਜੇ ਵਾਪਰੀ। ਅਜੇ ਦੇਵਗਨ ਦੇ ਬਾਡੀਗਾਰਡ ਪ੍ਰਦੀਪ ਇੰਦਰ ਸੇਨ ਦੀ ਰਿਪੋਰਟ ਦੇ ਆਧਾਰ ਤੇ ਰਾਜਵੀਰ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਉੱਪਰ ਧਾਰਾ 341, 504, 506 ਲਗਾਈਆਂ ਗਈਆਂ ਹਨ। ਕਹਿੰਦੇ ਹਨ, ਜੇਕਰ ਸੱਚੇ ਮਨ ਨਾਲ ਰੱਬ ਨੂੰ ਅਸੀਂ ਯਾਦ ਕਰੀਏ ਤਾਂ ਸਾਡੀ ਨੇੜੇ ਹੋ ਕੇ ਜ਼ਰੂਰ ਸੁਣਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਨੂੰ ਆਪ ਕਰਕੇ ਸਵਾਰ ਦਿੰਦਾ ਹੈ। ਇਸੇ ਤਰ੍ਹਾਂ ਦੀ ਆਸਥਾ ਅਤੇ ਵਿਸ਼ਵਾਸ ਨਾਲ ਬੀਤੇ ਦਿਨੀ ਕੱਲ ਸਵੇਰੇ 1 ਮਾਰਚ ਨੂੰ ਜਗਤਾਰ ਸਿੰਘ ਪਿੰਡ ਤਰਪਲਾ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਵੀਲ ਚੇਅਰ ਤੇ ਪਰਿਵਾਰਕ ਮੈਂਬਰਾਂ ਨਾਲ ਦਰਸ਼ਨ ਲਈ ਜਾਂਦਾ ਹੈ ਅਤੇ ਆਪਣੀਆਂ ਲੱਤਾਂ ਤੇ ਭਾਰ ਨਾਲ ਤੁਰ ਕੇ ਵਾਪਸ ਘਰ ਆਉਂਦਾ ਹੈ। ਉਸ ਦੇ ਪਰਿਵਾਰ ਲਈ ਅਤੇ ਪਿੰਡ ਵਾਸੀਆਂ ਲਈ ਵਾਹਿਗੁਰੂ ਦਾ ਬਹੁਤ ਵੱਡਾ ਚਮਤਕਾਰ ਹੋਇਆ, ਕਿਉਂਕਿ ਜਗਤਾਰ ਸਿੰਘ ਦੀਆਂ 20 ਤੋਂ 25 ਦਿਨਾਂ ਤੋਂ ਲੱਤਾਂ ਕੰਮ ਨਹੀਂ ਸੀ ਕਰਦੀਆਂ। ਪਰਿਵਾਰ ਵਾਲੇ ਦੁਖੀ ਸੀ ਤੇ ਜਗਤਾਰ ਸਿੰਘ ਦੇ ਕਸ਼ਟ ਨੂੰ ਲੈ ਕੇ ਪਰਿਵਾਰ ਵੱਲੋਂ ਜਗਤਾਰ ਨੂੰ ਚੰਗੇ ਮਾਹਿਰ ਡਾਕਟਰਾਂ ਕੋਲੋਂ ਵੀ ਇਲਾਜ ਲਈ ਖੜਿਆ ਗਿਆ, ਪਰ ਕੋਈ ਫਰਕ ਨਹੀਂ ਪਿਆ। ਬਾਰ-ਬਾਰ ਜਗਤਾਰ ਦੇ ਕਹਿਣ ਅਤੇ ਪਰਿਵਾਰ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਜਾਂਦਾ ਹੈ ਅਤੇ ਵਾਹਿਗੁਰੂ ਦੇ ਚਮਤਕਾਰ ਨੂੰ ਦੇਖਦੇ ਰਹਿ ਜਾਂਦੇ ਹਨ। ਜਗਤਾਰ ਸਿੰਘ ਨੂੰ ਜਦ ਦੁੱਖ ਭੰਜਨ ਬੇਰੀ ਕੋਲੋਂ ਪਰਿਵਾਰਕ ਮੈਂਬਰਾਂ ਨੇ ਜਲਦ
ਜਲ ਦੀਆਂ ਬਾਲਟੀਆਂ ਨਾਲ ਕੇਸਾਂ ਸਮੇਤ ਇਸ਼ਨਾਨ ਕਰਵਾ ਕੇ ਬਾਅਦ ਵਿੱਚ ਦਰਸ਼ਨ ਲਈ ਸੱਚਖੰਡ ਲੈ ਕੇ ਗਏ, ਜਿੱਥੇ ਅਰਦਾਸ ਤੋਂ ਬਾਅਦ ਜਗਤਾਰ ਆਪੇ ਉੱਠ ਪਿਆ ਤੇ ਲੱਤਾਂ ਤੁਰ ਪਈਆਂ ਤੇ ਆਪਣੇ ਪੈਰਾਂ ਤੇ ਚੱਲ ਕੇ ਬਾਹਰ ਆਇਆ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ। ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਗਤਾਰ ਨੂੰ ਅਤੇ ਉਸਦੇ ਪਰਿਵਾਰ ਮੈਂਬਰ ਨੂੰ ਵਧਾਈ ਦੇਣ ਉਹਨਾਂ ਦੇ ਘਰ ਲੋਕ ਪਹੁੰਚ ਰਹੇ ਹਨ। ਦੀ ਨਗਰੀ ਵਿਖੇ ਆਇਆ। ਠੀਕ ਹੈ। ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ। ਇਹ ਵੀਲ ਚੇਅਰ ਦੇ ਉੱਤੇ ਚੱਲ ਕੇ ਆਇਆ ਜਿਹਦੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ। ਅੱਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ। ਇਸ਼ਨਾਨ ਕਰਕੇ ਅੰਦਰ ਅਰਦਾਸ ਕੀਤੀ ਆ। ਅਰਦਾਸ ਕਰਨ ਉਪਰੰਤ ਜਿਹੜੇ ਦਰਬਾਰ ਸਾਹਿਬ ਵਿਖੇ ਕੈਮਰੇ ਲੱਗੇ ਆ, ਅਸੀਂ ਆਪ ਕੈਮਰੇ ਦੇਖੇ ਆ। ਇਹ ਕੋਈ ਕ੍ਰਿਸ਼ਮਾ ਹੀ ਹੋਇਆ ਸੱਚੇ ਪਾਤਸ਼ਾਹ ਨੇ ਇਹ ਬਿਲਕੁਲ ਕੰਮ ਕਰਕੇ ਬਾਹਰ ਆ ਗਿਆ। ਇਹ ਬੜੀ ਉਹਦੀ ਕਿਰਪਾ। ਮੈਂ ਨਾ ਕਾਫੀ ਸਮੇਂ ਤੋਂ ਬਿਮਾਰ ਸੀ ਤੇ ਗੁਰੂ ਘਰ ਪ੍ਰਤੀ ਇੰਨੀ ਸ਼ਰਧਾ ਸੀ ਕਿ ਜਦੋਂ ਅਸੀਂ ਉੱਥੇ ਗਏ ਆ ਗੁਰੂ ਘਰ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਹੋ ਗਿਆ। ਦਵਾਈ ਮੈਡੀਸਿਨ ਬਹੁਤ ਖਾਧੀ ਸੀ, ਮੈਡੀਸਿਨ ਦੇ ਨਾਲ ਫਰਕ ਨਹੀਂ ਸੀ ਪਿਆ ਤੇ ਫਿਰ ਸਾਡੀ ਸ਼ਰਧਾ ਸੀ ਤੇ ਸਾਨੂੰ ਗੁਰੂ ਘਰ ਜਾਣ ਦੀ ਲੋੜ ਪਈ, ਜ਼ਰੂਰੀ ਜਾਣਾ ਸੀ। ਲਗਭਗ 20-25 ਦਿਨ ਹੋ ਗਏ। ਇਸ਼ਨਾਨ ਕਰਦਿਆਂ ਹੀ, ਇਸ਼ਨਾਨ ਕਰਕੇ ਅਰਦਾਸ ਦੇ ਵਿੱਚ ਜਦੋਂ ਸ਼ਾਮਲ ਹੋਏ ਆ ਉਦੋਂ ਹੀ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਜੀ। ਵਿਸ਼ਵਾਸ ਇੰਨਾ ਪੱਕਾ ਹੋ ਗਿਆ ਕਿ ਅਸੀਂ ਸੰਗਤ ਨੂੰ ਕਹਿੰਦੇ ਆ ਕਿ ਸਾਰੀਆਂ ਸਾਈਡਾਂ ਤੋਂ ਲੰਬੋ ਚੰਬੋ ਭਟਕੇ ਤੇ ਗੁਰੂ ਘਰ ਦਾ ਪੱਲਾ ਜਿਹੜਾ ਉਹ ਨਾ ਛੱਡੋ। ਰਾਜੇ ਇਸ ਤੋਂ ਵੱਡੀ ਹੋਰ ਖੁਸ਼ੀ ਦੀ ਕੀ ਗੱਲ ਏ। 20 ਦਿਨ ਤੋਂ ਸਾਡਾ ਭਰਾ ਜਿਹੜਾ ਸੀ ਮੰਜੀ ਤੇ ਸੀ, ਦਵਾਈਆਂ ਵੀ ਚੱਲਦੀਆਂ ਸੀ, ਸਿਰ ਅੰਮ੍ਰਿਤਸਰ ਸਾਹਿਬ ਦਵਾਈਆਂ ਲਿਆਂਦੀਆਂ, ਫਤਿਹਗੜ੍ਹ ਚੂੜੀ ਤੋਂ ਦਵਾਈ ਲਈ, ਨਹੀਂ ਫਰਕ ਪਿਆ। ਫਿਰ ਇਹਨਾਂ ਦੀ ਆਸਥਾ ਸੀ ਮੈਨੂੰ ਦਰਬਾਰ ਸਾਹਿਬ ਖੜੋ। ਕੱਲ ਫਿਰ ਇਹ ਗਏ ਨੇ ਉੱਥੇ ਇਸ਼ਨਾਨ ਕੀਤਾ ਤੇ ਆਸਾ ਦੀ ਵਾਰ ਜਿਹੜੀ ਚੱਲ ਰਹੀ ਸੀ ਉਹਦਾ ਜਦੋਂ ਭੋਗ ਪਿਆ, ਅਰਦਾਸ ਹੋਈ ਹੈ। ਉਸ ਅਰਦਾਸ 'ਚ ਸ਼ਾਮਲ ਹੋਏ ਨੇ। ਮੱਥਾ ਜਦੋਂ ਨਮਸਕਾਰ ਕੀਤੀ, ਮੱਥਾ ਟੇਕਿਆ, ਉੱਠਣ ਲੱਗੇ, ਉੱਠੇ ਤੇ ਮਾਰ ਦੀ ਕਿਰਪਾ ਹੋਈ ਪਈ ਸਾਰੇ ਸਰੀਰ ਦੇ ਵਿੱਚ। ਮਾਰਨੇ 'ਚ ਨਵੀਂ ਜੋਤ ਨਾਲ ਭਰ ਦਿੱਤੀ ਸੀ ਤੇ ਸਰੀਰ ਵਿੱਚ ਪੂਰਾ ਜੋਸ਼ ਤੇ ਪੂਰੀ ਜਵਾਨੀ ਵਾਲਾ ਸਿਸਟਮ ਜਿਹੜਾ ਮਾਰਨੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਮਾਰਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਦਾ ਬਹੁਤ ਜ਼ਿਆਦਾ ਹਰ ਇੱਕ ਨਾਲ ਪ੍ਰੇਮ ਸੀ। ਸਾਰਾ ਪਿੰਡ ਵੀ ਕੀ ਆਸੇ ਪਾਸੇ ਜਿੰਨਾਂ ਨੂੰ ਪਤਾ ਲੱਗਦਾ ਭੈਣ ਭਰਾ ਸਾਰੇ ਇਹਨਾਂ ਨੂੰ ਮਿਲਣ ਆ ਰਹੇ ਤੇ ਇਹਨਾਂ ਨੂੰ ਵਧਾਈਆਂ ਦੇਣ ਵਾਸਤੇ ਆ ਰਹੇ ਨੇ। ਬਹੁਤ ਖੁਸ਼ੀ ਸਾਨੂੰ, ਪਰਮਾਤਮਾ ਨੇ ਸਾਡੀ ਅਰਦਾਸ ਸੁਣੀ ਹੈ। ਅਸੀਂ ਬਹੁਤ ਖੁਸ਼ ਹਾਂ। ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਜੀ। ਬਹੁਤ ਪਰੇਸ਼ਾਨੀ ਸਰ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਕਿੰਨੇ ਪਰੇਸ਼ਾਨੀ। ਕਾਫੀ ਦਿਨ ਹੋ ਗਏ ਅਸੀਂ ਬੜੀ ਸੇਵਾ ਕੀਤੀ ਇਹਨਾਂ ਦੀ। ਇੰਨੇ ਪਰਮਾਤਮਾ ਕਿਰਪਾ ਕਰਦੇ ਇਹਨਾਂ ਦੇ। ਬਾਕੀ ਇਹਨਾਂ ਨੂੰ ਵਿਸ਼ਵਾਸ ਬਹੁਤ ਹੀ, ਕਹਿੰਦੇ ਕਿ ਮੈਨੂੰ ਉੱਥੇ ਲੈ ਜਾਓ, ਸਾਡਾ ਟਾਈਮ ਨਹੀਂ ਲੱਗਦਾ ਖੜਨ ਦਾ। ਤੇ ਬਾਕੀ ਲੈ ਕੇ ਗਏ ਤੇ ਵਾਕਈ ਉਹਨਾਂ ਨੇ ਠੀਕ ਕੀਤਾ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬਿਲਕੁਲ ਸਹੀ ਹੋ ਕੇ ਆਏ ਨੇ। ਅਮਰੀਕਾ 'ਚ 6 ਜਨਵਰੀ ਨੂੰ ਸੰਸਦ 'ਚ ਹੋਈ ਹਿੰਸਾ ਦੇ ਮਾਮਲੇ 'ਚ ਖੁਫੀਆ ਏਜੰਸੀ FBI ਸਵਾਲਾਂ ਦੇ ਘੇਰੇ 'ਚ ਹੈ। ਹਿੰਸਾ ਤੋਂ ਬਾਅਦ ਪਹਿਲੀ ਵਾਰ ਏਜੰਸੀ ਦੇ ਮੁਖੀਆ ਕ੍ਰਿਸ ਰੇ ਨੂੰ ਸੀਨੇਟ ਦੇ ਨਿਆਂਪਾਲਿਕਾ ਕਮੇਟੀ ਦੇ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ। ਕੈਪੀਟਲ ਹਿੰਸਾ ਮਾਮਲੇ 'ਚ ਜਾਂਚ ਚੱਲ ਰਹੀ ਹੈ। ਇਸ ਨਾਲ ਹੀ ਇਹ ਵੱਡਾ ਸਵਾਲ ਉੱਠ ਰਿਹਾ ਹੈ ਕਿ ਇੰਨੀ ਵਿਆਪਕ ਹਿੰਸਾ ਦੇ ਮਾਮਲੇ 'ਚ ਤਤਕਾਲ ਕੰਟਰੋਲ ਦੀਆਂ ਕੋਸ਼ਿਸ਼ਾਂ ਕਿੱਥੇ ਕਮੀ ਰਹਿ ਗਈ। ਇਹ ਸਥਿਤੀਆਂ ਉਸ ਸਮੇਂ ਦੀਆਂ ਹਨ ਜਦੋਂ ਸਾਰੀ ਸੁਰੱਖਿਆ ਏਜੰਸੀਆਂ ਸਤੰਬਰ 2001 ਦੇ ਹਮਲੇ ਤੋਂ ਬਾਅਦ ਨਿਰੰਤਰ ਆਪਣੇ ਆਪ ਨੂੰ ਕੌਮਾਂਤਰੀ ਅੱਤਵਾਦ ਨਾਲ ਲੜਨ ਖਿਲਾਫ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੋਣ ਦਾ ਦਾਅਵਾ ਕਰ ਰਹੀ ਸੀ। ਸੀਨੇਟ ਦੀ ਨਿਆਂਪਾਲਿਕਾ ਕਮੇਟੀ ਦੇ ਸਾਹਮਣੇ FBI ਮੁਖੀ ਕ੍ਰਿਸ ਰੇ ਨੂੰ ਜਵਾਬ ਦੇਣਾ ਪਵੇਗਾ ਕਿ ਚੂਕ ਕਿਸ ਪੱਧਰ ਤੇ ਹੋਈ। ਕੀ FBI ਨੂੰ ਇੰਨੇ ਵਿਆਪਕ ਪੈਮਾਨੇ ਤੇ ਹਿੱਸਾ ਦੀ ਪਹਿਲਾਂ ਤੋਂ ਹੀ ਜਾਣਕਾਰੀ ਹੋ ਸਕਦੀ ਸੀ? ਇਹ ਜਾਣਕਾਰੀਆਂ ਮਿਲਣ ਤੋਂ ਬਾਅਦ ਹੋਰ ਏਜੰਸੀਆਂ ਨਾਲ ਆਮ ਪੱਧਰ ਤੇ ਕੀ ਕਮੀਆਂ ਰਹੀਆਂ, ਉਸ ਲਈ ਕੌਣ ਜ਼ਿੰਮੇਵਾਰ ਹੈ? ਕਮੇਟੀ ਇਹ ਵੀ ਸਵਾਲ ਕਰ ਸਕਦੀ ਹੈ। ਕੀ FBI ਰਾਸ਼ਟਰੀ ਸੁਰੱਖਿਆ ਨੂੰ ਖਤਰਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ? ਉਸ ਕੋਲ ਸਰੋਤਾਂ ਦੀ ਕੀ ਸਥਿਤੀ ਹੈ? FBI ਮੁਖੀ ਤੋਂ ਅਮਰੀਕਾ 'ਚ ਰੂਸ ਦੇ ਹੈਕਰਾਂ ਦੁਆਰਾ ਕੀਤੀਆਂ ਗਈਆਂ ਘਟਨਾਵਾਂ ਦੇ ਸਬੰਧ 'ਚ ਸਵਾਲ ਪੁੱਛੇ ਜਾ ਸਕਦੇ ਹਨ। ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾ ਤੋਂ ਲਖਨਊ ਆ ਰਹੀ ਇੰਡੀਗੋ ਦੀ ਫਲਾਈਟ ਦੀ ਕਰਾਚੀ ਵਿੱਚ ਮੈਡੀਕਲ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਯਾਤਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਕਰਾਚੀ ਦੇ ਐਮਰਜੈਂਸੀ ਲੈਂਡਿੰਗ ਕਰਾ ਕੇ ਯਾਤਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਇੰਡੀਗੋ 에ਅਰਲਾਈਨ ਵੱਲੋਂ ਜਾਰੀ ਬਿਆਨ ਅਨੁਸਾਰ ਮੈਡੀਕਲ ਐਮਰਜੈਂਸੀ ਕਾਰਨ ਸ਼ਾਰਜਾ ਤੋਂ ਲਖਨਊ ਜਾਣ ਵਾਲੇ ਇੰਡੀਗੋ ਦੀ ਉਡਾਨ ਦੀ ਕਰਾਚੀ ਵਿੱਚ ਮੈਡੀਕਲ ਲੈਂਡਿੰਗ ਕਰਾਈ ਗਈ। ਬਦਕਿਸਮਤੀ ਨਾਲ ਯਾਤਰੀ ਨੂੰ ਬਚਾਇਆ ਨਹੀਂ ਜਾ ਸਕਿਆ। ਹਵਾਈ ਅੱਡੇ ਦੀ ਮੈਡੀਕਲ ਟੀਮ ਵੱਲੋਂ ਯਾਤਰੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਲਖਨਊ ਜਾ ਰਹੀ ਫਲਾਈਟ ਜਦੋਂ ਪਾਕਿਸਤਾਨ 에ਅਰ ਸਪੇਸ ਵਿੱਚ ਸੀ ਉਦੋਂ ਇੱਕ ਯਾਤਰੀ ਦੀ ਤਬੀਅਤ ਖਰਾਬ ਹੋ ਗਈ। ਇਸ ਮਗਰੋਂ ਫਲਾਈਟ ਦੇ ਕੈਪਟਨ ਨੇ 에ਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਅਤੇ ਕਰਾਚੀ ਹਵਾਈ ਅੱਡੇ ਤੇ ਮੈਡੀਕਲ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਇਜਾਜ਼ਤ ਮਿਲਣ ਮਗਰੋਂ 5:30 ਵਜੇ ਕਰਾਚੀ ਦੇ ਜਿਨ੍ਹਾਂ ਹਵਾਈ ਅੱਡੇ ਤੇ ਲੈਂਡਿੰਗ ਕੀਤੀ ਗਈ। ਇਸ ਸੰਬੰਧੀ ਕਰਾਚੀ ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ 67 ਸਾਲਾ ਹਬੀਬੁਰ ਰਹਿਮਾਨ ਦੀ ਮੌਤ ਫਲਾਈਟ ਵਿੱਚ ਹੀ ਹੋ ਗਈ ਸੀ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਯਾਤਰੀ ਦੇ ਮ੍ਰਿਤਕ ਘੋਸ਼ਿਤ ਕੀਤੇ ਜਾਣ ਮਗਰੋਂ ਸਾਰੀਆਂ ਕਾਨੂੰਨੀ ਕਾਰਵਾਈਆਂ ਕਰਨ ਦੇ ਬਾਅਦ ਫਲਾਈਟ ਸਵੇਰੇ
8:36 ਤੇ ਭਾਰਤ ਲਈ ਰਵਾਨਾ ਹੋਈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤ ਜਹਾਜ਼ ਦੀ ਪਾਕਿਸਤਾਨ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵੰਬਰ ਵਿੱਚ ਸਾਊਦੀ ਅਰਬ ਤੋਂ ਭਾਰਤ ਜਾ ਰਹੇ ਜਹਾਜ਼ ਦੀ ਪਾਕਿਸਤਾਨ ਦੇ ਕਰਾਚੀ ਵਿੱਚ ਮੈਡੀਕਲ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਉਸ ਸਮੇਂ ਇੱਕ ਯਾਤਰੀ ਦੀ ਸਿਹਤ ਖਰਾਬ ਹੋ ਗਈ ਸੀ, ਉਸ ਨੂੰ ਦਿਲ ਦਾ ਦੌਰਾ ਪਿਆ ਹੋਇਆ ਸੀ। ਹਾਲਾਂਕਿ ਉਸ ਯਾਤਰੀ ਦੀ ਵੀ ਜਾਨ ਨਹੀਂ ਬਚਾਈ ਜਾ ਸਕੀ ਸੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਨਾਮਵਰ ਕਾਰਨੇਲ ਯੂਨੀਵਰਸਿਟੀ ਦੇ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ। ਇਸ ਪ੍ਰੋਗਰਾਮ ਵਿੱਚ ਲੋਕਤੰਤਰ ਅਤੇ ਵਿਕਾਸ ਦੇ ਵਿਸ਼ਿਆਂ ਦੇ ਵਿਚਾਰ ਹੋਏ ਸਨ। ਪ੍ਰੋਫੈਸਰ ਕੌਸ਼ਿਕ ਬਾਸੂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਉਣ ਸੰਬੰਧੀ ਗੱਲਬਾਤ ਕੀਤੀ। 1975 ਵਿੱਚ ਇੰਦਰਾ ਗਾਂਧੀ ਦੁਆਰਾ ਲਗਾਈ ਗਈ ਐਮਰਜੈਂਸੀ ਤੇ ਸਵਾਲ ਤੇ ਰਾਹੁਲ ਗਾਂਧੀ ਨੇ ਕਿਹਾ, ਹਾਂ ਇਹ ਇੱਕ ਗਲਤੀ ਸੀ, ਪਰ ਉਦੋਂ ਜੋ ਹੋਇਆ ਅਤੇ ਅੱਜ ਜੋ ਹੋ ਰਿਹਾ ਹੈ ਉਸ ਵਿੱਚ ਅੰਤਰ ਹੈ। ਆਪਣੀ ਗਲਤੀ ਮੰਨਣਾ ਦਲੇਰੀ ਦਾ ਕੰਮ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਸੰਸਦ ਵਿੱਚ ਬੋਲਣ ਦੀ ਆਗਿਆ ਨਹੀਂ ਹੈ, ਨਿਆਂਪਾਲਿਕਾ ਤੋਂ ਕੋਈ ਉਮੀਦ ਨਹੀਂ ਹੈ। ਆਰਐਸਐਸ ਬੀਜੇਪੀ ਕੋਲ ਅਥਾਹ ਆਰਥਿਕ ਤਾਕਤ ਹੈ, ਕਾਰੋਬਾਰ ਨੂੰ ਵਿਰੋਧੀ ਧਿਰ ਦੇ ਹੱਕ ਵਿੱਚ ਖੜਨ ਦੀ ਆਗਿਆ ਨਹੀਂ ਹੈ। ਇਹ ਲੋਕਤੰਤਰੀ ਸੰਕਲਪ ਉੱਤੇ ਜਾਣਬੁੱਝ ਕੇ ਹਮਲਾ ਹੈ। ਮਨੀਪੁਰ ਵਿੱਚ ਰਾਜਪਾਲ ਭਾਜਪਾ ਦੀ ਮਦਦ ਕਰ ਰਹੇ ਹਨ। ਪੌਂਡੀਚੇਰੀ ਵਿੱਚ ਉਪ ਰਾਜਪਾਲ ਨੇ ਬਹੁਤ ਸਾਰੇ ਬਿੱਲਾਂ ਨੂੰ ਪਾਸ ਨਹੀਂ ਹੋਣ ਦਿੱਤਾ ਕਿਉਂਕਿ ਉਹ ਆਰਐਸਐਸ ਨਾਲ ਜੁੜੀ ਹੋਈ ਸੀ। ਕਾਂਗਰਸ ਨੇ ਕਦੇ ਵੀ ਸੰਸਥਾਵਾਂ ਦਾ ਲਾਭ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਮੌਜੂਦਾ ਸਰਕਾਰ ਭਾਰਤ ਦੀ ਲੋਕਤੰਤਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਬੰਗਾਲ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਫੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 12 ਮਾਰਚ ਨੂੰ ਬੰਗਾਲ 'ਚ ਰੈਲੀ ਕੀਤੀ ਜਾਵੇਗੀ। ਸੰਗਠਨ ਨੇ ਚੁਣਾਵੀ ਸੂਬਿਆਂ 'ਚ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਅਭਿਆਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਮੋਦੀ ਸਰਕਾਰ ਕਿਸਾਨਾਂ ਨਾਲ ਉਚਿਤ ਵਿਵਹਾਰ ਨਹੀਂ ਕਰ ਰਹੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਸੂਬਿਆਂ 'ਚ ਅਜੇ ਚੋਣਾਂ ਹੋਣ ਵਾਲੀਆਂ ਹਨ, ਉਹਨਾਂ ਸੂਬਿਆਂ ਵਿੱਚ ਵੀ ਐਸਕੇਐਮ ਭਾਰਤੀ ਜਨਤਾ ਪਾਰਟੀ ਦੀ ਕਿਸਾਨ ਵਿਰੋਧੀ ਗਰੀਬ ਵਿਰੋਧੀ ਨੀਤੀਆਂ ਨੂੰ ਸਜ਼ਾ ਦੇਣ ਲਈ ਜਨਤਾ ਨੂੰ ਇੱਕ ਅਪੀਲ ਕਰੇਗੀ। ਕਿਸਾਨ ਯੂਨੀਅਨ ਚੁਣਾਵੀ ਸੂਬਿਆਂ 'ਚ ਬੀਜੇਪੀ ਦੇ ਵਿਰੁੱਧ ਪ੍ਰਚਾਰ ਕਰਨਗੇ। ਇਸ ਉਦੇਸ਼ ਨਾਲ ਇਹਨਾਂ ਸੂਬਿਆਂ ਦਾ ਦੌਰਾ ਕਰਨਗੇ ਅਤੇ ਵੱਖ-ਵੱਖ ਪ੍ਰੋਗਰਾਮਾਂ 'ਚ ਭਾਗ ਲੈਣਗੇ। ਸੰਗਠਨ ਦੇ ਅਧਿਕਾਰੀ ਯੋਗੇਂਦਰ ਯਾਦਵ ਨੇ ਕਿਹਾ ਕਿ 10 ਟ੍ਰੇਡ ਸੰਗਠਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਹੈ। ਸਰਕਾਰ ਜਨਤਕ ਖੇਤਰਾਂ ਦਾ ਜੋ ਨਿੱਜੀਕਰਨ ਕਰ ਰਹੇ ਹਨ ਉਸ ਦੇ ਵਿਰੋਧ 'ਚ 15 ਮਾਰਚ ਨੂੰ ਪੂਰੇ ਦੇਸ਼ ਦੇ ਮਜ਼ਦੂਰ ਅਤੇ ਕਰਮਚਾਰੀ ਸੜਕ ਤੇ ਉਤਰਨਗੇ ਅਤੇ ਰੇਲਵੇ ਸਟੇਸ਼ਨ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਚੀਨੀ ਹੈਕਰਾਂ ਵੱਲੋਂ ਭਾਰਤ ਦੀ ਪਾਵਰ ਗ੍ਰਿਡ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਸੰਬੰਧੀ ਰਿਪੋਰਟ ਦੇ ਮੱਦੇਨਜ਼ਰ ਅਮਰੀਕਾ ਦੇ ਇੱਕ ਸੀਨੀਅਰ ਸੰਸਦ ਮੈਂਬਰ ਨੇ ਸੋਮਵਾਰ ਨੂੰ ਬਾਈਡਨ ਪ੍ਰਸ਼ਾਸਨ ਨੂੰ ਭਾਰਤ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਫ੍ਰੈਂਕ ਪੌਲੇਨ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਅਮਰੀਕਾ ਨੂੰ ਯਕੀਨੀ ਤੌਰ ਤੇ ਸਾਡੇ ਰਣਨੀਤਿਕ ਭਾਈਵਾਲ ਨਾਲ ਖੜਨਾ ਚਾਹੀਦਾ ਹੈ ਅਤੇ ਭਾਰਤ ਦੇ ਪਾਵਰ ਗ੍ਰਿਡ ਦੇ ਚੀਨ ਦੇ ਖਤਰਨਾਕ ਸਾਈਬਰ ਹਮਲੇ ਦੀ ਨਿਖੇਧੀ ਕਰਨੀ ਚਾਹੀਦੀ ਹੈ। ਇਸ ਕਾਰਨ ਮਹਾਮਾਰੀ ਦੌਰਾਨ ਹਸਪਤਾਲਾਂ ਨੂੰ ਜਨਰੇਟਰਾਂ ਦਾ ਸਹਾਰਾ ਲੈਣਾ ਪਿਆ। ਸਾਈਬਰ ਹਮਲੇ ਵਰਗੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਵਾਲੀ ਇੱਕ ਅਮਰੀਕੀ ਕੰਪਨੀ ਦੀ ਰਿਪੋਰਟ 'ਚ ਭਾਰਤ ਦੀ ਪਾਵਰ ਗ੍ਰਿਡ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਸਾਹਮਣੇ ਆਉਣ ਪਿੱਛੋਂ ਅਮਰੀਕੀ ਸੰਸਦ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਹੈ। ਪੈਲੋਨ ਨੇ ਟਵੀਟ ਕੀਤਾ ਕਿ ਅਸੀਂ ਚੀਨ ਨੂੰ ਤਾਕਤ ਦੀ ਵਰਤੋਂ ਅਤੇ ਡਰਾ ਕੇ ਖੇਤਰ 'ਚ ਦਬਦਬਾ ਕਾਇਮ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਇੱਕ ਕੰਪਨੀ ਨੇ ਆਪਣੇ ਹਾਲਿਆ ਹੀ ਅਧਿਐਨ ਵਿੱਚ ਦਾਅਵਾ ਕੀਤਾ ਕਿ ਭਾਰਤ ਅਤੇ ਚੀਨ ਵਿੱਚ ਸਰਹੱਦ ਤੇ ਤਣਾਅ ਜਾਰੀ ਹੈ। ਸਰਕਾਰ ਨਾਲ ਜੁੜੇ ਹੋਏ ਹੈਕਰਾਂ ਦੇ ਇੱਕ ਗਰੁੱਪ ਨੇ ਮਾਲਵੇਅਰ ਰਾਹੀਂ ਭਾਰਤ ਦੇ ਪਾਵਰ ਗ੍ਰਿਡ ਸਿਸਟਮ ਨੂੰ ਨਿਸ਼ਾਨਾ ਬਣਾਇਆ। ਖਦਸ਼ਾ ਹੈ ਕਿ ਪਿਛਲੇ ਸਾਲ ਮੁੰਬਈ ਵਿੱਚ ਵੱਡੇ ਪੱਧਰ ਤੇ ਬਿਜਲੀ ਦੀ ਸਪਲਾਈ ਠੱਪ ਹੋਣ ਪਿੱਛੇ ਸ਼ਾਇਦ ਇਹੀ ਮੁੱਖ ਕਾਰਨ ਸੀ। ਅਮਰੀਕਾ ਵਿੱਚ ਮੈਸਾਚੁਸੇਟਸ ਦੀ ਕੰਪਨੀ ਰਿਕਾਰਡਡ ਫਿਊਚਰ ਨੇ ਆਪਣੀ ਹਾਲ ਦੀ ਰਿਪੋਰਟ ਵਿੱਚ ਚੀਨ ਦੇ ਗਰੁੱਪ ਰੈੱਡ ਇਕੋ ਵੱਲੋਂ ਭਾਰਤੀ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਦਾ ਜ਼ਿਕਰ ਕੀਤਾ ਹੈ। ਇਹ ਸੀ ਹੁਣ ਤੱਕ ਦੀਆਂ ਖਬਰਾਂ। ਧੰਨਵਾਦ।